श्री गुरु नानक पद पंकज बंदन पद पंकज बंदना सिमरो अंगद दोख निकंदना दोख निकंदना अमरदास गुर हृदय त्यामो हृदय श्री गुरु रामदास गुण गावो श्री गुरु रामदास गुण गुरु अर्जन विघ्नन के नाश विघ्नन के नाश गुरु हर गोबिंद शुभ मत शुभ मत पर गुरु हर राय नमो कर जोरी नमो कर जोरी गुरु हर कृष्ण मनाए बहोरी मनाए तेग बहादुर परम कृपाला जी गुरु गोबिंद सिंह विसाला गुरु गोबिंद सिंह तरों तरापुर पुन पुन सीसा जी पुन बंदों बार बार जगदीशा बंदों बार बार जगदीशा। श्री गुरु ग्रंथ साहिब पातशाह महाराज जी की पावन पवित्र हजूरी अंदर सुभाईमान गुरु प्यारी साध संगत जी, आप जी शाम के दीवाना के अंदर गुरु साहिब जी के पावन जीवन की जो विचार कथा चल रही है, हाजरी भरन दे लई एकत्र होए हो। कल तई असी ये श्रवण किया सी, श्री गुरु अमरदास महाराज जी ने गुरु रामदास महाराज जी की वडियाई की है। वो संगत दे विच सेवा करते हैं, इस करके महाराज जी ने उन्होंने वर भी दिते ने, तुहाडी वंश बड़ी वड्डी चलेगी, तुहाडी वंश की मान मर्यादा वडियाई सारी दुनिया दे विच चलती रहेगी। इस तो बाद कुछ उत्थे ऐसे लोग भी ने जिहड़े गुरु साहब महाराज जी दे इस प्रचार दे नाल राजी नहीं, वो अपने मत नूं वड्डा गिणदे ने। उन्हां दा मनना ये है जो गुरु जी कर रहे ने ये गलत कर रहे ने, ते वो ये वाली शिकायत लैके राज दरबार दे विच जाना चाहुंदे ने। आओ हुण जिवें अगे वो जांदे हन, इस दी कथा अगे श्रवण करिए। कथा आरंभ करन तो पहला गुरु जी वालों बख्शे हुए गुरमंत्र नाल सांझ पाइए। सतनाम श्री वाहिगुरु साहिब जी, सतनाम श्री वाहिगुरु साहिब जी। चतुर बरन को एक मत करियो, पृष्ठ हुए जग धर्म पर हरियो। महाराज जी दी जो सच्चे पातशाह जी ने चारे वर्णा नूं ब्राह्मण खत्री सूद वैस ये समाज चार वर्णा दे विच वंडिया होया सी। गुरु साहब महाराज जी ने यह नारा की दिता, मनुख अपनी जात करके धर्मी नहीं है, अपने कर्मां करके धर्मी है। जातां दे नाल धर्मी नहीं बनया जाता, उच्ची कुल दे नाल जन्म लैण दे नाल ये नहीं है। उच्ची कुल च जन्म ले लिया, समाज च मन्नी गई उच्ची। वैसे तो जातां दा वेरवा भी मनुख नहीं बनाया। जिस दिन पहले दिन मनुख धरती ते आया होएगा, उस दिन कैसी जात, पहले दिन जिस दिन मनुखता चली उस दिन कोई जात नहीं सी, उस दिन मनुख सी। ये जातां हौली हौली मनुखा ने बनाईयां।
ਗੁਰੂ ਸਾਹਿਬ ਜੀ ਨੇ ਇਹ ਵਰਣ ਵੰਡ ਖਤਮ ਕੀਤੀ। ਭਾਵੇਂ ਅੱਜ ਤਾਈਂ ਚੱਲਦੀ ਹੈ, ਗੁਰੂ ਜੀ ਨੇ ਖਤਮ ਕਰਨ ਦਾ ਮਤਲਬ ਇਹ ਹੈ, ਉਹਨਾਂ ਕਿਹਾ ਸਾਡੇ ਅਨੁਸਾਰ ਉਹ ਮਨੁੱਖ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਐਸੇ ਵਿਚਾਰ ਕ੍ਰਾਂਤੀਕਾਰੀ ਵਿਚਾਰ ਗੁਰੂ ਜੀ ਨੇ ਆਰੰਭ ਕੀਤੇ। ਕਹਿੰਦੇ ਨੇ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਉਹੀ ਸ੍ਰੇਸ਼ਟ ਹੈ ਜਿਹੜਾ ਪਰਮੇਸ਼ਰ ਨੂੰ ਯਾਦ ਕਰੇ। ਕਿਸੇ ਕੁੱਲ ਦੇ ਨਾਲ, ਪਰਟੀਕੂਲਰ ਕੁੱਲ ਦੇ ਵਿੱਚ ਜਨਮ ਲੈਣ ਦੇ ਨਾਲ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਕਿਉਂਕਿ ਦੁਨੀਆ ਦੇ ਵਿੱਚ ਯਹੂਦੀ ਅਤੇ ਪਾਰਸੀ ਔਰ ਇੱਕ ਧਰਮ ਹੋਰ ਐਸਾ ਹੈ ਜਿਹੜਾ ਬਾਹਰ ਤੋਂ ਜਨਮੇ ਹੋਇਆਂ ਨੂੰ ਆਪਣੇ ਧਰਮ ਵਿੱਚ ਰਾਸਤਾ ਨਹੀਂ ਦਿੰਦਾ, ਜਿਹੜੇ ਬਾਹਰ ਤੋਂ ਜਨਮ ਲਏ ਹੋਣ। ਇੱਕ ਹਿੰਦੂ ਔਰ ਇੱਕ ਮੁਸਲਮਾਨ, ਇਹ ਐਸੇ ਧਰਮ ਨੇ ਜਿਹੜੇ ਭਾਵੇਂ ਸ਼ੁਰੂ ਤੋਂ ਮੁਸਲਮਾਨਾਂ ਦੇ ਘਰ ਜਨਮ ਨਹੀਂ ਲਿਆ, ਉਹਨੂੰ ਵੀ ਆਪਣੇ ਧਰਮ ਵਿੱਚ ਐਂਟਰੀ ਦੇ ਦਿੰਦੇ ਨੇ। ਪਰ ਮਹਾਰਾਜ ਜੀ ਨੇ ਇਸ ਚੀਜ਼ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ, ਵਰਣ ਵੰਡ ਨੂੰ ਖਤਮ ਕੀਤਾ, ਵਰਣ ਵੰਡ ਨੂੰ ਰੱਦ ਕੀਤਾ। ਇਸ ਗੱਲ ਦਾ ਉਸ ਸਮੇਂ ਦੇ ਜਿਹੜੇ ਉੱਚ ਕੁਲ ਦੇ ਲੋਕ ਸਨ, ਉਹਨਾਂ ਨੇ ਬੜਾ ਗੁੱਸਾ ਮਨਾਇਆ। ਉਹ ਕਹਿੰਦੇ ਨੇ ਜੇ ਵਰਣ ਖਤਮ ਹੋ ਗਿਆ, ਧਰਮ ਭ੍ਰਿਸ਼ਟ ਹੋ ਜਾਏਗਾ, ਦੁਨੀਆ ਦੇ ਉੱਤੇ ਜਿਹੜਾ ਮਾੜਾ ਰਾਜ ਉਹ ਆ ਜਾਏਗਾ। ਇੱਕ ਥਲ ਭੋਜਨ ਸਭ ਕੋ ਖਈ, ਸ਼ੰਕਰ ਬਰਨ ਪ੍ਰਜਾ ਅਬ ਭਈ। ਹੁਣ ਤੇ ਸਾਰੇ ਇੱਕ ਥਾਂ ਤੇ ਬਹਿ ਕੇ ਰੋਟੀ ਖਾਂਦੇ ਨੇ। ਪਹਿਲਾਂ ਐਵੇਂ ਸੀ। ਜੋ ਬ੍ਰਾਹਮਣ ਹੈ, ਅੱਜ ਵੀ ਕਈ ਥਾਵਾਂ ਤੇ ਲੋਕ ਐਸੇ ਹੈਗੇ ਨੇ ਜੋ ਆਪਣੇ ਨੇੜੇ ਸੁੱਚ ਅਤੇ ਪਵਿੱਤਰਤਾ ਦਾ ਬੜਾ ਖਿਆਲ ਰੱਖਦੇ ਨੇ, ਜਿਹੜੇ ਕਹਿੰਦੇ ਨੇ ਜੇ ਕੋਈ ਨੀਚੀ ਕੁੱਲ ਵਾਲਾ, ਜਿਹੜੀ ਬਣਾਈ ਹੋਈ ਕੁੱਲ ਹੈ, ਜੇ ਵਿਖ ਗਿਆ ਕੋਈ, ਸਾਡਾ ਧਰਮ ਭ੍ਰਿਸ਼ਟ ਹੋ ਜਾਏਗਾ। ਉਹ ਇੱਕ ਕਾਰੀ ਬੰਨ੍ਹ ਲੈਂਦੇ ਨੇ, ਜਿੱਥੇ ਉਹ ਰੋਟੀ ਪਕਾਉਂਦੇ ਨੇ ਉੱਥੇ ਕਿਸੇ ਨੂੰ ਵੜਨ ਵੀ ਨਹੀਂ ਦਿੰਦੇ। ਔਰ ਇਸੇ ਕਰਕੇ ਸਾਡੇ ਸਮਾਜ ਦੇ ਵਿੱਚ ਨਾਰੀ ਦੀ ਜਿਹੜੀ ਗਿਰਾਵਟ ਉਹ ਹੋਣੀ ਸ਼ੁਰੂ ਹੋਈ। ਸਾਡੇ ਸਮਾਜ ਦੇ ਵਿੱਚ ਹੌਲੀ ਹੌਲੀ ਨਾਰੀ ਨੂੰ ਅਪਵਿੱਤਰ ਮੰਨਿਆ ਜਾਣ ਲੱਗਿਆ। ਇਹ ਉਹਨਾਂ ਲੋਕਾਂ ਦੀ ਬਣਾਈਆਂ ਹੋਈਆਂ ਸਕੀਮਾਂ ਦੇ ਅਨੁਸਾਰ। ਗੁਰੂ ਸਾਹਿਬ ਜੀ ਨੇ ਕਿਹਾ ਐਸਾ ਨਹੀਂ ਹੈ। ਉਹਨਾਂ ਉਸ ਸਮੇਂ ਇਹ ਨਾਅਰਾ ਵੀ ਦਿੱਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਹੈ ਰਾਜਾ। ਉਹਨੂੰ ਕਹਿ ਰਹੇ ਨੇ, ਜਿਹੜਾ ਕਹਿ ਰਿਹਾ ਹੈ ਬੀਬੀ ਅਪਵਿੱਤਰ ਹੈ, ਉਹਨੂੰ ਕਹਿੰਦੇ ਨੇ ਤੇਰੀ ਮਾਤਾ ਨੇ ਤੈਨੂੰ ਜਨਮ ਦਿੱਤਾ, ਫਿਰ ਤੇਰੀ ਮਾਤਾ ਵੀ ਅਪਵਿੱਤਰ ਹੈ। ਤੇ ਇੱਕ ਅਪਵਿੱਤਰ ਦੀ ਕੁੱਖ ਚੋਂ ਪਵਿੱਤਰ ਕਿਵੇਂ ਜਨਮ ਲਏਗਾ? ਉਹ ਵੀ ਅਪਵਿੱਤਰ ਹੋਇਆ। ਪਹਿਲਾਂ ਤੇਰੀ ਮਾਤਾ ਪਵਿੱਤਰ ਹੈ, ਅਪਵਿੱਤਰ ਹੈ, ਫਿਰ ਉਹਦੀ ਕੁੱਲ ਚੋਂ ਜਿਹਨੇ ਜਨਮ ਲਿਆ ਉਹ ਵੀ ਪਵਿੱਤਰ, ਫਿਰ ਤੂੰ ਕਿਵੇਂ ਬ੍ਰਾਹਮਣ ਰਹਿ ਗਿਆ? ਤੂੰ ਵੀ ਅਪਵਿੱਤਰ ਹੈ। ਮਹਾਰਾਜ ਜੀ ਨੇ ਇਸ ਤਰੀਕੇ ਦੇ ਵਿਚਾਰ ਦੁਨੀਆ ਵਿੱਚ ਆਰੰਭ ਕੀਤੇ। ਪਰ ਇਹ ਗੱਲ, ਕਿਉਂਕਿ ਜਿਹਦੀ ਬੜੀ ਮਾਣ ਮਰਿਆਦਾ ਪ੍ਰਤਿਸ਼ਠਾ ਬਣੀ ਹੋਏ, ਜਿਹਨੂੰ ਲੋਕੀ ਹਰੇਕ ਕੰਮ ਪੁੱਛ ਕੇ ਕਰਦੇ ਹੋਣ, ਜੇ ਕਿਤੇ ਦੂਜਾ ਆ ਕੇ ਦੱਸੇ ਵੀ ਨਹੀਂ ਐਸਾ ਨਹੀਂ ਹੈ, ਉਤੋਂ ਕੋਈ ਉੱਚਾ ਆ ਜਾਏ, ਉਹਨੂੰ ਬੜਾ ਦੁੱਖ ਲੱਗਦਾ ਕਿ ਉਹ ਮਰਿਆਦਾ ਜਾ ਰਹੀ ਹੈ। ਲੋਕੀ ਪਹਿਲਾਂ ਨਮਸਕਾਰ ਕਰਦੇ ਨੇ, ਹੁਣ ਨਮਸਕਾਰ ਕੋਈ ਨਹੀਂ ਕਰਦਾ, ਪੂਜਦਾ ਕੋਈ ਨਹੀਂ। ਇਸ ਕਰਕੇ ਉਹ ਕਹਿੰਦੇ ਨੇ ਇੱਕ ਥਾਂ ਤੇ ਬਹਿ ਕੇ ਸਾਰੇ ਰੋਟੀ ਖਾਂਦੇ ਨੇ, ਚਾਰੇ ਵਰਣ ਇੱਕ ਥਾਂ ਤੇ ਬਹਿ ਕੇ ਉਹ ਭਜਨ ਬੰਦਗੀ ਕਰਦੇ ਨੇ। ਇਸ ਦੇ ਨਾਲ ਜਾਤਾਂ ਦਾ ਜਿਹੜਾ ਭੇਦ ਹੈ ਉਹ ਖਤਮ ਹੋ ਗਿਆ ਹੈ। ਦੇਵ ਪਿਤਰ ਕੀ ਮਨਤਾ ਛੋਰੀ, ਸਭ ਮੇਰੇ ਯਾਦ ਜਗਤ ਕੀ ਤੋਰੀ। ਦੇਵਾਂ ਦੀ, ਪਿਤਰਾਂ ਦੀਆਂ ਸਾਰੀਆਂ ਮਰਿਆਦਾਵਾਂ ਤੋੜ ਦਿੱਤੀਆਂ। ਗੁਰੂ ਜੀ ਨੇ ਇੱਕੋ ਹੀ ਗੱਲ ਕਹੀ, ਜਪਹੁ ਤਾ ਏਕੋ ਨਾਮਾ ਅਵਰ ਨਿਰਾਫਲ ਕੰਮ। ਇੱਕ ਹੀ ਗੱਲ ਸਾਹਿਬ ਜੀ ਕਹਿੰਦੇ ਨੇ, ਸਭ ਦੇਵੀ ਦੇਵਤੇ ਉਹ ਪਰਮੇਸ਼ਰ ਤੋਂ ਹੀ ਬਣੇ ਨੇ। ਫਿਰ ਸਿੱਧਾ ਪਰਮੇਸ਼ਰ ਦੀ ਪੂਜਾ ਕਰੋ। ਜਪਹੁ ਤਾ ਏਕੋ ਨਾਮਾ, ਫਿਰ ਇੱਕ ਵਾਹਿਗੁਰੂ ਨੂੰ ਯਾਦ ਕਰੋ, ਪਰਮਾਤਮਾ ਨੂੰ ਯਾਦ ਕਰੋ, ਜਿਸ ਨੇ ਸਾਰਾ ਹੀ ਬਣਾਇਆ। ਕਿਉਂਕਿ ਜਿਸ ਦਿਨ ਪਰਮਾਤਮਾ ਸੀ ਉਸ ਦਿਨ ਕੋਈ ਦੇਵੀ ਦੇਵਤਾ ਨਹੀਂ, ਉਹਨੇ ਬਣਾਏ ਨੇ ਸਾਰੇ। ਜੇ ਹੈਗੇ ਵੀ ਨੇ ਉਹ ਤੋਂ ਹੀ ਆਏ ਨੇ। ਉਹਨਾਂ ਨੇ ਆ ਕੇ ਜਗਤ ਨੂੰ ਜੋ ਵੀ ਚੰਗੇ ਉਪਦੇਸ਼ ਦਿੱਤੇ
ਉਹਨਾਂ ਦੇ ਰੱਬ ਨੇ ਉਹਨਾਂ ਨੂੰ ਦਿੱਤੇ, ਉਹਨਾਂ ਨੇ ਦੁਨੀਆ ਨੂੰ ਦਿੱਤੇ। ਐਵੇਂ ਸਾਹਿਬ ਜੀ ਕਹਿੰਦੇ ਨੇ, ਇਸ ਕਰਕੇ ਫਿਰ ਮੂਲ ਦੇ ਨਾਲ ਜੁੜਨਾ ਚਾਹੀਦਾ, ਟਹਿਣੀਆਂ ਨਾਲ ਕਿਉਂ ਜੁੜਨਾ? ਜੇ ਮਨੁੱਖ ਨੇ ਜੁੜਨਾ ਹੀ ਹੈ, ਰੁੱਖ ਦੀਆਂ ਟਾਹਣੀਆਂ ਤੋਂ ਕੀ ਕਰਨਾ ਹੈ? ਮੂਲ ਨਾਲ ਜੁੜੋ, ਜੜ ਤੋਂ, ਜਿੱਥੋਂ ਟਾਹਣੀਆਂ ਪੈਦਾ ਹੋਈਆਂ ਨੇ। ਇਸ ਕਰਕੇ ਸਾਹਿਬ ਜੀ ਨੇ ਕਿਹਾ, ਜਪੋ ਤਾਂ ਏਕੋ ਨਾਮਾ, ਇੱਕ ਨਾਮ ਜਪੋ ਵਾਹਿਗੁਰੂ ਦਾ, ਇਹੀ ਸਭ ਤੋਂ ਉੱਤਮ ਕਰਮ ਹੈ। ਇਸ ਮਸਲਤ ਕਰ ਇਕੱਠੇ ਹੋਇ ਕੈ, ਦਿਜ ਖੱਤਰੀ ਮੁਖ ਅਤ ਦੁਖ ਪਿਆ ਕੈ। ਸਾਰਿਆਂ ਨੇ ਇਹ ਵਿਚਾਰ ਕੀਤੀ ਵੀ ਇਹ ਸਾਰੀਆਂ ਗੱਲਾਂ ਅਸੀਂ ਅਕਬਰ ਬਾਦਸ਼ਾਹ ਨੂੰ ਦੱਸਾਂਗੇ। ਸਾਰਿਆਂ ਨੇ ਇਕੱਠੇ ਹੋ ਕੇ ਵਿਚਾਰ ਕਰ ਲਈ ਵੀ ਹੁਣ ਇਕੱਠੇ ਹੋ ਕੇ ਬਾਦਸ਼ਾਹ ਦੇ ਕੋਲ ਚਲੀਏ, ਬਾਦਸ਼ਾਹ ਨੂੰ ਦੱਸਾਂਗੇ। ਸਾਰੇ ਜਗਤ ਦਾ ਬੁਰਾ ਹਾਲ ਹੋ ਜਾਣਾ, ਕਿਉਂਕਿ ਐਵੇਂ ਫਿਰ ਡਰਾਵੇ ਪਾਏ ਜਾਂਦੇ ਨੇ। ਜਦੋਂ ਆਪ ਔਖਾ ਹੋ ਜਾਏ ਮਨੁੱਖ, ਆਪਣੇ ਕੋਲੋਂ ਗੱਦੀ ਜਾਂਦੀ ਵੇਖਦੀ ਹੋਏ, ਫਿਰ ਪਬਲਿਕ ਦੇ ਵਿੱਚ ਅਫਵਾਹਾਂ ਦਾ ਦੌਰ ਚੱਲਦਾ ਹੁੰਦਾ ਹੈ। ਐਵੇਂ ਫਿਰ ਭਗਤ ਫਰੀਦ ਸਾਹਿਬ ਤੇ ਬੜੇ ਵੱਡੇ ਵੱਡੇ ਇਲਜ਼ਾਮ ਲਗਾਏ ਗਏ, ਚੋਰੀ ਦਾ ਇਲਜ਼ਾਮ ਉਹਨਾਂ ਤੇ ਲੱਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਇਲਜ਼ਾਮ ਲਗਾਇਆ ਜਾਂਦਾ ਹੈ। ਐਵੇਂ ਜਦੋਂ ਮਨੁੱਖ ਦੇ, ਕਿਉਂਕਿ ਜਿਹੜਾ ਮਨੁੱਖ ਦੁਨੀਆ ਨੂੰ ਬਦਲਣ ਦੀ ਗੱਲ ਕਰੇਗਾ, ਉਹਨਾਂ ਨੂੰ ਪਰਮੇਸ਼ਰ ਨਾਲ ਜੋੜਨ ਦੀ ਗੱਲ ਕਰੇਗਾ, ਫਿਰ ਜਿਨ੍ਹਾਂ ਤੋਂ ਦੁਨੀਆ ਤੋਂ ਜਿਹੜੇ ਪੈਸਾ ਲੈਂਦੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੀ ਹੈ। ਉਹ ਸੋਚਦੇ ਨੇ ਦੁਨੀਆ ਸਾਡੇ ਨਾਲ ਹੀ ਜੁੜੀ ਰਹੇ, ਪਰਮੇਸ਼ਰ ਨਾਲ ਕਿਉਂ ਜੁੜਦੀ ਹੈ? ਇਸ ਕਰਕੇ ਸਾਰਿਆਂ ਨੇ ਇਕੱਠੇ ਹੋ ਕੇ ਵਿਚਾਰ ਕਰ ਲਈ, ਅਸੀਂ ਇਕੱਠੇ ਹੋ ਕੇ ਬਾਦਸ਼ਾਹ ਦੇ ਕੋਲ ਜਾਵਾਂਗੇ ਔਰ ਇਹ ਸਾਰੀ ਵਿਚਾਰ ਬਾਦਸ਼ਾਹ ਦੇ ਅੱਗੇ ਰੱਖਾਂਗੇ। ਲਵਪੁਰ ਗਏ ਫਿਰਾਤੀ ਸਾਰੇ, ਡਿੱਗ ਅਕਬਰ ਕੇ ਜਾਏ ਪੁਕਾਰੇ। ਉਸ ਸਮੇਂ ਬਾਦਸ਼ਾਹ ਦਾ ਦਰਬਾਰ ਲਾਹੌਰ ਵਿੱਚ ਲੱਗਿਆ ਹੋਇਆ ਸੀ। ਸਾਰੇ ਫਰਿਆਦੀ ਬਣ ਕੇ, ਖੱਤਰੀ ਬ੍ਰਾਹਮਣ ਸਭ ਜਿਹੜੇ ਉੱਚੀ, ਆਪਣੇ ਆਪ ਨੂੰ ਉੱਚੀ ਕੁਲ ਦੇ ਸਮਝਦੇ ਸਨ, ਉਹ ਇਕੱਠੇ ਹੋ ਕੇ ਲਾਹੌਰ ਚਲੇ ਗਏ ਹਨ। ਤੁਮ ਮਰਿਆਦਾ ਰਾਖਣ ਹਾਰੇ, ਬਿਗਰਤ ਕੋ ਜਗ ਦੇਤ ਸੁਧਾਰੇ। ਉਹਨੂੰ ਕਹਿਣ ਲੱਗੇ, ਬੇਨਤੀ ਤੇ ਐਵੇਂ ਕੀਤੀ ਜਾਂਦੀ ਹੈ, ਕਹਿੰਦੇ ਬਾਦਸ਼ਾਹ ਤੁਸੀਂ ਤੇ ਮਰਿਆਦਾ ਰੱਖਣ ਵਾਲੇ ਹੋ, ਜਿਹੜੀ ਜਗਤ ਦੀ ਵਿਗੜਦੀ ਹੋਈ ਮਰਿਆਦਾ ਹੈ ਤੁਸੀਂ ਉਸ ਨੂੰ ਸੁਧਾਰ ਦਿੰਦੇ ਹੋ। ਗੋਇੰਦਵਾਲ ਅਮਰ ਗੁਰ ਹੋਵਾ, ਵੇਦ ਬਰਨ ਚਾਰੋਂ ਕਾ ਖੋਆ। ਜਾ ਕੇ ਕਹਿੰਦੇ ਗੋਇੰਦਵਾਲ ਸਾਹਿਬ ਇੱਕ ਅਮਰਦਾਸ ਦੇ ਨਾਂ ਤੋਂ ਗੁਰੂ ਹੋ ਗਿਆ ਹੈ, ਜਿਸ ਨੇ ਜਾਤੀਆਂ ਪਾਤੀਆਂ ਦਾ ਭੇਦ ਮਿਟਾ ਦਿੱਤਾ ਹੈ। ਜਿਹੜੇ ਦਰ ਤੋਂ ਆਵਾਜ਼ ਨਿਕਲਦੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ, ਇੱਕ ਵਾਹਿਗੁਰੂ ਪਰਮਾਤਮਾ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ। ਜਿੰਨੇ ਵੀ ਜੀ ਨੇ ਉਹਦੇ ਤੋਂ ਤਿਸਤੇ ਹੋਏ ਲੱਖ ਦਰਿਆਓ। ਇਹ ਜੀਵਾਂ ਦੇ ਦਰਿਆ, ਵਨਸਪਤੀ ਦੇ ਦਰਿਆ, ਵੱਖ-ਵੱਖ ਦਰਿਆ ਉਹਦੇ ਤੋਂ ਹੀ ਤੁਰੇ ਨੇ। ਕਹਿੰਦੇ ਮਹਾਰਾਜ ਜੀ ਅਕਬਰ ਨੂੰ ਕਹਿੰਦੇ ਨੇ, ਉੱਥੋਂ ਤੇ ਇਹ ਆਵਾਜ਼ ਚੱਲਦੀ ਹੈ, ਜਾਤਾਂ ਪਾਤਾਂ ਦੇ ਭੇਦ ਨੂੰ ਉਹਨਾਂ ਨੇ ਖੰਡਨ ਕਰ ਦਿੱਤਾ ਹੈ। ਰਾਮ ਗਾਇਤਰੀ ਮੰਤਰ ਨਾ ਜਪੈ, ਵਾਹਿਗੁਰੂ ਕੀ ਥਾਪਣ ਥਪੈ। ਉਹ ਕਹਿੰਦੇ ਨੇ ਹੁਣ ਉਹ ਗਾਇਤਰੀ ਦਾ ਜਾਪ ਨਹੀਂ ਕਰਦੇ, ਉਹ ਸਿਰਫ ਵਾਹਿਗੁਰੂ ਦਾ ਜਾਪ ਕਰਦੇ ਹਨ। ਜੁਗ ਚਾਰੋ ਮੈਂ ਕਹੀਂ ਨਾ ਹੋਈ, ਜਿਮ ਮਰਿਆਦ ਬਿਗਾਰੀ ਸੋਈ। ਕਹਿੰਦੇ 4 ਯੁੱਗ ਹੋ ਗਏ ਨੇ ਚੱਲਦਿਆਂ ਨੂੰ, ਅੱਜ ਤਾਈਂ ਕਦੀ ਇਵੇਂ ਮਰਿਆਦਾ ਵਿਗੜੀ ਨਹੀਂ। ਜੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਏ, ਜਿਹਦੇ ਅੱਗੇ ਫਰਿਆਦ ਲੈ ਕੇ ਗਏ ਹੋ, ਉਸ ਧਰਮ ਨੂੰ ਤੇ ਤੁਹਾਡੇ ਤੋਂ ਬਾਅਦ ਹੀ 1000 ਸਾਲ ਹੀ ਹੋਏ ਨੇ, ਉਹਨੂੰ ਤਾਂ 1002 ਸਾਲ ਹੋਏ ਨੇ। ਜਿਨ੍ਹਾਂ ਅੱਗੇ ਦੱਸ ਰਹੇ ਉਹਨਾਂ ਵੀ ਤੇ ਮਰਿਆਦਾ ਵਿਗਾੜੀ ਹੋਈ ਹੈ। ਕਹਿੰਦੇ ਇਹਨਾਂ ਮਰਿਆਦਾ ਵਿਗਾੜ ਦਿੱਤੀ ਹੈ, ਜਗਤ ਦੇ ਵਿੱਚ ਨਵੀਂ ਰੀਤ ਚਲਾ ਦਿੱਤੀ ਹੈ। ਸੁਰਤ ਸਿਮਰਤ ਕੇ ਰਾਹੋ ਨਾ ਚਾਲੇ, ਮਨ ਕੋ ਮਤ ਕਰ ਭਏ ਨਿਰਾਲੇ। ਕਹਿੰਦੇ ਇਹ ਹੁਣ ਸਿਮਰਤੀਆਂ ਦੀ, ਵੇਦਾਂ ਦੀ ਮਤ ਤੇ ਨਹੀਂ ਚੱਲਦੇ, ਇਹ ਆਪਣੀ ਮਤ ਦੇ ਪਿੱਛੇ ਲੱਗ ਗਏ ਨੇ। ਇਹਨਾਂ ਨੇ ਨਿਰਾਲਾ ਹੀ ਰਾਸਤਾ ਅਪਣਾ ਲਿਆ ਹੈ।
ਹਮਰੀ ਕਰੋ ਅਦਾਲਤ ਇਹੀ, ਦ੍ਰਿੜ ਹੋਏ ਧਰਮ ਰਾਜ ਵਿਤਰੇਹੀ। ਸਾਡਾ ਤੇ ਹੁਣ ਇਹ ਹੀ ਇਨਸਾਫ ਕਰੋ ਵੀ ਦੁਨੀਆ ਦੇ ਉੱਤੇ ਬਸ ਧਰਮ ਰਹਿ ਜਾਏ। ਹੁਣ ਜੇ ਕੋਈ ਪੁੱਛੇ ਵੀ ਜਿਹੜੇ ਗਰੀਬਾਂ ਨੂੰ ਲੰਗਰ ਛਕਾ ਰਿਹਾ ਹੈ ਉਹ ਧਰਮ ਵਿਗਾੜ ਰਿਹਾ ਹੈ ਕਿ ਧਰਮ ਪ੍ਰਸਾਰ ਰਿਹਾ ਹੈ? ਮਨੁੱਖ ਅਸਲ ਦੇ ਵਿੱਚ ਸੋਚਦਾ ਹੈ ਧਰਮ ਜ਼ਬਾਨੀ ਹੋ ਜਾਏਗੀ, ਪਰ ਜ਼ਬਾਨ ਨਾਲ ਧਰਮ ਨਹੀਂ, ਧਰਮ ਤੇ ਹੱਥਾਂ ਪੈਰਾਂ ਨਾਲ ਕਿਰਤ ਕਰਕੇ ਤਾਂ ਕਮਾਏ ਜਾਂਦੇ ਨੇ। ਪ੍ਰੈਕਟੀਕਲ ਸਾਰਾ ਕੁਝ ਕਰਨਾ ਪੈਂਦਾ ਹੈ। ਧਰਮ ਐਵੇਂ ਨਹੀਂ ਕਮਾਇਆ ਜਾਂਦਾ। ਧਰਮ ਇੱਕ ਆਪਣੇ ਆਪ 'ਚ ਸਾਧਨ ਹੈ। ਹੁਣ ਇਹਨਾਂ ਨੇ ਇਹ ਕਹਿ ਰਹੇ ਨੇ ਸਾਡੀ ਇਨਸਾਫ ਕਰੋ। ਜਿਹੜਾ ਇਹਨਾਂ ਨੇ ਮਰਿਆਦਾ ਵਿਗਾੜ ਦਿੱਤੀ ਹੈ ਇਹ ਮਰਿਆਦਾ ਨੂੰ ਠੀਕ ਕਰੋ। ਪਸਰ ਜਾਏ ਸਭ ਜਗਤ ਵਿਸਾਲਾ, ਪੁਨ ਮੁਸ਼ਕਲ ਇਹੋ ਟਲਹਿ ਨ ਟਾਲਾ। ਜੇ ਇਹ ਕਿਤੇ ਜਗਤ ਵਿੱਚ ਐਸੀ ਮਰਿਆਦਾ ਫੈਲ ਗਈ ਇਹ ਫਿਰ ਟਲੇਗੀ ਨਹੀਂ। ਇਹ ਜੰਗਲ ਦੀ ਅੰਗ ਵਾਂਗੂ ਵੱਧਦੀ ਹੀ ਜਾਣੀ ਹੈ। ਇਸ ਕਰਕੇ ਇਸ ਨੂੰ ਹੁਣੇ ਹੀ ਰੋਕ ਦੇਣਾ ਚਾਹੀਦਾ ਹੈ। ਸੁਣ ਅਕਬਰ ਨੇ ਦੀਨ ਦਿਲਾਸਾ, ਕਰੋ ਨਿਆਉ ਰਾਖੋ ਪਰਵਾਸਾ। ਅਕਬਰ ਨੇ ਦਿਲਾਸਾ ਦਿੱਤਾ ਤੁਸੀਂ ਚਿੰਤਾ ਨਾ ਕਰੋ, ਮੈਂ ਨਿਆਂ ਕਰਾਂਗਾ। ਅਨਿਆਂ ਮੇਰੇ ਰਾਜ ਵਿੱਚ ਨਹੀਂ ਹੋਏਗਾ, ਤੁਹਾਡੇ ਨੂੰ ਇਨਸਾਫ ਜ਼ਰੂਰ ਦਿੱਤਾ ਜਾਏਗਾ। ਤਿੰਨ ਕੋ ਇਸ ਥਲ ਲੇਹ ਬੁਲਾਈ, ਸਭ ਵਿਦ ਬੂਝੈ ਵਿੱਚ ਸਮੁਦਾਈ। ਮਹਾਰਾਜ ਅਕਬਰ ਕਹਿੰਦਾ ਹੈ ਅਸੀਂ ਉਹਨਾਂ ਨੂੰ ਇੱਥੇ ਬੁਲਾ ਲੈਂਦੇ ਹਾਂ, ਭਾਵ ਗੁਰੂ ਅਮਰਦਾਸ ਜੀ ਨੂੰ। ਉਹ ਇੱਥੇ ਆ ਕੇ ਤੁਸੀਂ ਆਪਣੇ ਸਵਾਲ ਕਰ ਲਿਓ, ਆਪ ਦੱਸ ਦੇਣਗੇ ਵੀ ਗਲਤ ਕੌਣ ਹੈ ਠੀਕ ਕੌਣ ਹੈ। ਅਸੀਂ ਉਹਨਾਂ ਨੂੰ ਇੱਥੇ ਬੁਲਾ ਲੈਂਦੇ ਹਾਂ, ਇੱਥੇ ਅਦਾਲਤ ਵਿੱਚ ਬੈਠ ਕੇ ਸਾਰਾ ਹੀ ਫੈਸਲਾ ਹੋ ਜਾਏਗਾ। ਆਪਣੀ ਬਾਤ ਤਬਹਿ ਤੁਮ ਕਹੋ, ਦੋਨੋਂ ਕੀ ਸੁਨ ਹੈ ਜਿਮ ਲਹੋ। ਅਸੀਂ ਦੋਵਾਂ ਦੀ ਸੁਣ ਲਵਾਂਗੇ, ਆਪਣੀ ਬਾਤ ਤੁਸੀਂ ਉਹਨਾਂ ਦੇ ਸਾਹਮਣੇ ਕਹਿ ਦੇਣੀ ਹੈ। ਝੂਠ ਸਾਚ ਤਬ ਕਰਹਿ ਨਿਤਾਰਾ, ਸੁਣ ਕੇ ਸਭ ਸੰਭਤਾ ਤੁਮਾਰਾ। ਅਸੀਂ ਝੂਠ ਦੇ ਸੱਚ ਦਾ ਨਿਸਤਾਰਾ ਕਰਾਂਗੇ। ਤੁਹਾਡਾ ਸਾਰਾ ਸੰਵਾਦ ਹੈ, ਦੋਵਾਂ ਦੀ ਜਿਹੜੀ ਗੱਲ ਹੈ ਇੱਥੇ ਸੁਣ ਲਈ ਜਾਏਗੀ। ਕਰੋ ਅਦਾਲਤ ਨੀਕੇ ਬੈਸ, ਬਹੁਪੁਰ ਕੇ ਮੁਖ ਮੁਖ ਤੁਮ ਹੈਸ। ਚੰਗੀ ਤਰ੍ਹਾਂ ਬੈਠ ਕੇ ਫੈਸਲਾ ਕਰਾਂਗੇ, ਕਿਉਂਕਿ ਤੁਸੀਂ ਬੜੇ ਨਗਰਾਂ ਤੋਂ ਮੁਖੀਏ ਇਕੱਠੇ ਹੋ ਕੇ ਆਏ ਹੋ। ਤੁਹਾਡੀ ਗੱਲ ਵੀ ਸੁਣੀ ਜਾਏਗੀ, ਉਹਨਾਂ ਨੂੰ ਵੀ ਬੁਲਾ ਲੈਂਦੇ ਆ, ਉਹਨਾਂ ਦੀ ਵੀ ਗੱਲ ਅਸੀਂ ਸੁਣ ਲਵਾਂਗੇ। ਇਮ ਸੁਨ ਸਗਰੇ ਲਵਪੁਰ ਰਹੇ, ਗੁਰ ਕੋ ਮਤ ਮੋਰਹਿ ਚਿਤ ਚਹੇ। ਐਵੇਂ ਕਰਕੇ ਜਿੰਨੇ ਵੀ ਉਹ ਲੋਕ ਗਏ ਨੇ ਉਹ ਸਾਰੇ ਲਾਹੌਰ ਦੇ ਵਿੱਚ ਹੀ ਰਹਿ ਗਏ ਤੇ ਸੋਚਦੇ ਨੇ ਗੁਰੂ ਸਾਹਿਬ ਜੀ ਦੇ ਇਸ ਮਤ ਨੂੰ ਬੰਦ ਕਰ ਦਿੱਤਾ ਜਾਏ। ਦਿਜ ਖੱਤਰੀ ਸੋ ਜਾਤ ਅਭਿਮਾਨੀ, ਭਏ ਇਕੱਤਰ ਦੁਰਜਨ ਅਨਜਾਨੀ। ਇਹ ਆਪਣੀ ਜਾਤ ਦੇ ਮਹਾਰਾਜ ਤੇ ਬਾਣੀ ਚ ਕਹਿੰਦੇ ਨੇ ਜਾਤ ਕਾ ਗਰਭ ਨਾ ਕਰਿਓ ਕੋਈ। ਜਾਤ ਦਾ ਗਰਭ ਮਨੁੱਖ ਨੂੰ ਨਹੀਂ ਕਰਨਾ, ਕਿਉਂਕਿ ਮਨੁੱਖ ਦੀ ਕੋਈ ਜਾਤ ਨਹੀਂ ਹੈ, ਇਹਦੀ ਇੱਕੋ ਹੀ ਜਾਤ ਹੈ ਮਨੁੱਖਾ ਜਾਤੀ। ਹੋਰ ਇਹਦੀ ਅੱਗੇ ਤੇ ਦਿੱਤੀਆਂ ਹੋਈਆਂ ਨੇ, ਜਿਵੇਂ ਹੋਰ ਪ੍ਰਜਾਤੀਆਂ ਨੇ ਇਹ ਵੀ ਇੱਕ ਪ੍ਰਜਾਤੀ ਹੈ। ਹੁਣ ਜਿਵੇਂ ਸ਼ੇਰ ਨੂੰ ਸ਼ੇਰਾਂ ਦੀਆਂ ਵੱਖ-ਵੱਖ ਨਸਲਾਂ ਤੇ ਹੋ ਸਕਦੀਆਂ ਨੇ, ਇਵੇਂ ਮਨੁੱਖ ਦੀ ਤੇ ਨਸਲ ਵੀ ਇੱਕੋ ਹੀ ਹੈ। ਇਹਦੇ ਵਿੱਚ ਕਿਹੜਾ ਵੱਖ-ਵੱਖ ਪ੍ਰਜਾਤੀਆਂ ਨੇ, ਪਰ ਮਨੁੱਖ ਨੇ ਆਪੋ ਆਪਣੇ ਹਿਸਾਬ ਨਾਲ ਰੰਗ ਦਾ ਭੇਦ ਹੋ ਸਕਦਾ ਹੈ। ਵਾਤਾਵਰਣ ਦੇ ਅਨੁਸਾਰ ਕਈਆਂ ਦੇਸ਼ਾਂ 'ਚ ਰੰਗ ਚਿੱਟੇ ਨੇ, ਕਈਆਂ 'ਚ ਕਾਲੇ ਨੇ, ਕਈਆਂ 'ਚ ਮਿਕਸ ਨੇ। ਇਹ ਸਾਰਾ ਐਨਵਾਇਰਨਮੈਂਟ ਦਾ ਪ੍ਰਭਾਵ ਹੈ। ਇਹ ਤੇ ਹੋ ਸਕਦਾ ਹੈ, ਪਰ ਇਹ ਨਹੀਂ ਹੈ ਜਾਤਾਂ ਦੇ ਅਨੁਸਾਰ ਕਿਸੇ ਨੂੰ ਵੰਡ ਦਿੱਤਾ ਜਾਏ। ਫਿਰ ਤੇ ਜਿਹੜਾ ਜਨਮ ਤੋਂ ਜਿਹਨੂੰ ਵੱਡੀ ਕੁਲ ਬਣਾ ਦਿੱਤਾ, ਉਹਦੇ ਘਰ ਜਿਹੜਾ ਜਨਮ ਲਏਗਾ ਉਹਦੇ ਭਾਵੇਂ ਜੋ ਮਰਜ਼ੀ ਕਰਾ ਜਾਏ। ਔਰ ਇਹ ਮੰਨਿਆ ਜਾਂਦਾ ਹੈ, ਕਹਿੰਦੇ ਜਿਹੜਾ ਬ੍ਰਾਹਮਣ ਕੁਲ 'ਚ ਜਨਮ ਲਏ ਉਹ ਇਹ ਮੰਨਿਆ ਜਾਂਦਾ ਸੀ ਦੇਸ਼ 'ਚ। ਸਿਰਫ ਵੇਦ ਪੜ੍ਹਨ ਦਾ ਅਧਿਕਾਰੀ ਹੀ ਉਹ ਹੈ, ਬਾਕੀ ਤੇ ਕੋਈ ਪੜ੍ਹ ਹੀ ਨਹੀਂ ਸਕਦਾ। ਪਰ ਇਹ ਭਗਤੀ ਲਹਿਰ ਚੱਲੀ, ਬਾਬਾ ਫਰੀਦ ਜੀ, ਰਾਮਾਨੰਦ ਜੀ, ਭਗਤ ਜੀ, ਕਬੀਰ ਦਾਸ ਜੀ, ਸੂਰਦਾਸ ਜੀ, ਕਿੰਨੇ ਹੀ ਭਗਤ, 15 ਭਗਤਾਂ ਦੀ ਬਾਣੀ ਜਿਨ੍ਹਾਂ ਨੇ ਆਵਾਜ਼ ਦਿੱਤੀ, ਇਕੱਠੇ ਹੋ ਕੇ ਨਹੀਂ ਪਾਈ। ਮਨੁੱਖ ਨੂੰ ਪਿਆਰ ਦੇ ਨਾਲ ਰਹਿਣ ਦਿਓ, ਵੰਡੋ ਨਾ। ਮਨੁੱਖ ਨੂੰ ਮਨੁੱਖ ਰਹਿਣ ਦਿਓ, ਮਨੁੱਖ ਹੀ ਬਣ ਜਾਏ, ਇਹ ਬੜਾ ਵੱਡਾ ਹੈ। ਹੋਰ ਇਹਨੂੰ ਕੀ ਬਣਾਉਣਾ ਚਾਹੁੰਦੇ ਹੋ?
ਇਹ ਕਿਤੇ ਆਪਣੀ ਮਨੁੱਖਤਾ ਹੀ ਸੰਭਾਲ ਲਏ, ਇਹ ਹੀ ਬੜੀ ਵੱਡੀ ਗੱਲ ਹੈ। ਪਰ ਜਦੋਂ ਇਹ ਜਾਤਾਂ ਦਾ ਗਰਭ ਚੱਲ ਜਾਂਦਾ ਹੈ, ਫਿਰ ਜਾਤਾਂ ਦੇ ਨਾਂ 'ਤੇ ਲੜਾਈਆਂ ਹੁੰਦੀਆਂ ਨੇ, ਝਗੜੇ ਹੁੰਦੇ ਨੇ, ਮਨੁੱਖ ਵਿੱਚ ਜਾਤ ਦਾ ਵੀ ਮੋਹ ਹੋ ਜਾਂਦਾ ਹੈ। ਇਹ ਵੀ ਇੱਕ ਬੰਧਨ ਹੈ। ਪਹਿਲੀ ਗੱਲ ਤੇ ਆਪਣੇ ਆਪ ਨੂੰ ਆਪਾਂ ਕਈ ਵਾਰੀ ਕਿਹਾ ਬੰਧਨ ਕੀ ਹੈ? ਅੰਦਰ ਇੱਕ ਆਤਮਾ ਹੈ, ਅੱਗੇ ਆਪਣੇ ਆਪ ਨੂੰ ਮਨੁੱਖ ਜੀਵ ਆਤਮਾ ਬਣਾਈ ਬੈਠਾ ਹੈ ਤੇ ਸਾਰੀਆਂ ਆਤਮਾਵਾਂ ਨੇ। ਉਸ ਤੋਂ ਪਹਿਲਾਂ ਕਿਉਂਕਿ ਆਤਮਾ ਨਾ ਪੁਰਸ਼ ਹੈ ਨਾ ਨਾਰੀ ਹੈ, ਆਤਮਾ ਦਾ ਕੋਈ ਨਾ ਰੂਪ ਹੈ ਨਾ ਰੰਗ ਹੈ, ਸਰੀਰ ਦਾ ਰੂਪ ਰੰਗ ਹੈ। ਆਪਾਂ ਕਈ ਵਾਰੀ ਬੇਨਤੀ ਕੀਤੀ ਹੈ, ਇਹ ਆਤਮਾ ਨੇ, ਜੀਵ ਆਤਮਾ ਨੇ ਕਈ ਰੂਪ ਲੈ ਲਏ ਨੇ, ਤੇ ਪਹਿਲੀ ਵਾਰੀ ਨਹੀਂ ਹੈ। ਜੋ ਅੱਜ ਇਸਤਰੀ ਦੇ ਰੂਪ ਵਿੱਚ ਆਇਆ, ਕਿ ਤਾਂ ਪਹਿਲਾਂ ਪੁਰਸ਼ ਦੇ ਰੂਪ ਵਿੱਚ ਆਇਆ ਹੋਏ, ਇੱਥੇ ਕਿ ਤਾਂ ਪਸ਼ੂ ਦੇ ਰੂਪ ਵਿੱਚ ਆਇਆ ਹੋਏ। ਜੋ ਅੱਜ ਪੁਰਸ਼ ਦੇ ਰੂਪ ਵਿੱਚ ਇੱਥੇ ਬੈਠਾ ਹੈ, ਕਿ ਤਾਂ ਅਗਲੀ ਵਾਰੀ ਇਸਤਰੀ ਦੇ ਰੂਪ ਵਿੱਚ ਆ ਜਾਏ। ਜੇ ਨਾਮ ਨਾ ਜਪੇ ਫਿਰ ਤੇ ਆਉਣਾ ਹੀ ਪਏਗਾ। ਆਮ ਕਰਕੇ ਮੰਨਿਆ ਜਾਂਦਾ ਹੈ ਮਨੁੱਖ ਇੱਕ ਵਾਰੀ ਚਲਾ ਜਾਏ ਵਾਪਸ ਨਹੀਂ ਮੁੜਦਾ। ਗੁਰਬਾਣੀ ਕਹਿੰਦੀ ਨਹੀਂ, ਉਹਨੂੰ ਤੇ ਬਾਰ-ਬਾਰ ਮੁੜਨਾ ਪੈਂਦਾ ਹੈ। ਇਹ ਜ਼ਰੂਰੀ ਨਹੀਂ ਹੈ ਮਨੁੱਖਾ ਸਰੀਰ 'ਚ ਮਿਲੇ, ਕੀ ਪਤਾ ਦੁਬਾਰਾ ਦੂਜੇ ਸਰੀਰ 'ਚ ਮੁੜਨਾ ਜ਼ਰੂਰ ਪਏਗਾ। ਆਪਾਂ ਕਹਿੰਦੇ ਆ ਮਰੇ ਹੋਏ ਮੁੜਦੇ ਨਹੀਂ, ਬਾਣੀ ਕਹਿੰਦੀ ਦੁਬਾਰਾ ਮੁੜਦੇ ਨੇ। ਜੰਮ ਜੰਮ ਮਰੈ ਫਿਰ ਜੰਮੈ। ਅੰਤ ਨੂੰ ਮਰਨ ਦੇ ਟਾਈਮ ਜੈਸੀ ਵਾਸਨਾ ਇਹਦੇ ਅੰਦਰ ਰਹਿ ਜਾਣੀ ਹੈ, ਵੈਸਾ ਸਰੀਰ ਇਹਨੂੰ ਮਿਲ ਜਾਣਾ ਹੈ ਅਗਲਾ। ਜੈਸੀ ਵਾਸਨਾ ਹੋ ਜਾਏਗੀ ਵੈਸਾ ਸਰੀਰ ਮਿਲ ਜਾਏਗਾ। ਇਸ ਕਰਕੇ ਕਹਿੰਦੇ ਨੇ ਵੀ 24 ਘੰਟੇ ਨਾਮ ਜਪੋ, 24 ਘੰਟੇ ਰੱਬ ਨੂੰ ਯਾਦ ਕਰੋ, ਕਿਉਂਕਿ ਮਰਨ ਦਾ ਕਿਹੜਾ ਟਾਈਮ ਨਿਸ਼ਚਿਤ ਹੈ? ਇਹ ਕਿਹੜਾ ਕਿਸੇ ਨੂੰ ਪਤਾ ਹੈ? ਆਪਾਂ 1 ਸੈਕਿੰਡ ਇੱਥੇ ਬੈਠੇ ਹਾਂ, ਹਜ਼ਾਰਾਂ ਲੋਕ ਇਸ ਟਾਈਮ ਲੰਮੇ ਪੈ ਗਏ ਹੋਣਗੇ ਇੱਕੋ ਦਮ। 2.5 ਤੋਂ 3 ਲੱਖ ਲੋਕ ਇਹ ਦੁਨੀਆ 'ਚ 24 ਘੰਟਿਆਂ 'ਚ ਜਾਂਦੇ ਨੇ। 2.5-3 ਲੱਖ ਹੀ ਆਉਂਦੇ ਨੇ। ਹੁਣ ਉਹ 2.5-3 ਲੱਖ ਕਿਹੜੇ ਜਾਣੇ ਨੇ, ਇਹ ਕਿਸੇ ਨੂੰ ਨਹੀਂ ਪਤਾ। ਹੁਣ ਰਾਤ ਹੋਣੀ ਹੈ, 2.5-3 ਲੱਖ ਲੋਕਾਂ ਨੇ ਨਹੀਂ ਉੱਠਣਾ। ਉਹ ਕਿਹੜੇ ਹੋਣਗੇ ਇਹ ਕਿਸੇ ਨੂੰ ਨਹੀਂ ਪਤਾ। ਕਿੱਡਾ ਅਚਰਜ ਹੈ। ਮਨੁੱਖ ਆਪਣੇ ਆਪ ਨੂੰ ਸੁਰਖਰੂ ਕਰਕੇ ਬੈਠਾ ਹੈ ਵੀ ਸ਼ਾਇਦ ਮੈਂ ਨਹੀਂ ਜਾਣਾ। ਕਹਿੰਦੇ ਨੇ ਅਸ਼ਟਾਵਕਰ ਇੱਕ ਰਿਸ਼ੀ ਹੋਇਆ ਹੈ, ਰਾਜਾ ਜਨਕ ਦੇ ਘਰ ਚਲਾ ਗਿਆ ਦਰਬਾਰ 'ਚ। ਰਾਜੇ ਜਨਕ ਨੂੰ ਕਹਿੰਦਾ ਏਡਾ ਰਾਜ ਭਾਗ ਹੈ, ਇੰਨਾ ਕੁਛ ਤੇਰੇ ਕੋਲ, ਸਾਰਾ ਕੁਝ ਹੈ, ਤੂੰ ਇਹਦੇ ਵਿੱਚ ਆਨੰਦ ਕਿਵੇਂ ਮਾਣਦਾ ਹੈ? ਤੂੰ ਇਹਦੇ ਵਿੱਚ, ਤੈਨੂੰ ਕਹਿੰਦੇ ਨੇ ਤੂੰ ਨਿਰਲੇਪ ਹੈ, ਇਹਦੇ ਵਿੱਚ ਕਿਵੇਂ ਨਿਰਲੇਪ ਹੈ? ਉਹ ਕਹਿੰਦਾ ਠੀਕ ਹੈ, ਕੋਈ ਨਹੀਂ ਰਾਜਾ ਜੀ, ਰਿਸ਼ੀ ਜੀ ਤੁਹਾਡਾ ਇਹਦਾ ਜਵਾਬ ਦਿਆਂਗੇ। ਕਹਿੰਦਾ ਆਪਣੇ ਰਾਜ ਦਰਬਾਰੀਆਂ ਨੂੰ ਕਿਹਾ ਇੱਕ ਭਿਖਾਰੀ ਨੂੰ ਲੈ ਕੇ ਆਓ ਜਿਹਨੂੰ ਰੋਟੀ ਚੰਗੀ ਨਾ ਮਿਲਦੀ ਹੋਏ, ਜਿਹੜਾ ਕੱਪੜੇ ਵੀ ਚੰਗੇ ਨਾ ਪਾਉਂਦਾ, ਲੈ ਆਏ ਉਹਨੂੰ ਕਹਿੰਦੇ ਨੇ ਆ ਕੇ ਆਪਣੇ ਦਰਬਾਰੀਆਂ ਨੂੰ ਕਿਹਾ ਜਿਹੜੀਆਂ ਫੈਸਿਲਿਟੀਆਂ ਮੈਨੂੰ ਨੇ ਉਹੀ ਇਹਨੂੰ ਚਾਹੀਦੀਆਂ ਨੇ, ਅੱਜ ਤੋਂ ਸਾਰੇ ਇਹਦੇ ਆਖੇ ਲੱਗੋ, ਸਾਰੀਆਂ ਇਹਨੂੰ ਦਿਓ ਸੁਵਿਧਾਵਾਂ। ਕਹਿੰਦੇ ਠੀਕ ਹੈ ਜੀ। 15-20 ਦਿਨਾਂ 'ਚ ਉਹਦਾ ਰੂਪ ਰੰਗ ਹੀ ਬਦਲ ਗਿਆ, ਸੁਵਿਧਾਵਾਂ ਮਿਲੀਆਂ। 15-20 ਦਿਨਾਂ ਬਾਅਦ ਕਹਿੰਦੇ ਨੇ ਰਿਸ਼ੀ, ਰਾਜਾ ਜਨਕ ਕਹਿੰਦਾ ਹੈ ਵੀ ਜਿਹਨੂੰ ਹੁਣ ਖਵਾਇਆ ਪਿਆ ਹੈ ਨਾ, ਇਹਨੂੰ ਕਹਿ ਦਿਓ ਵੀ ਤੈਨੂੰ ਹੁਣ ਫਾਂਸੀ ਦੇਣੀ ਹੈ, ਤਿਆਰ ਹੋ ਜਾ। ਉਹ ਜਿਹੜਾ ਖਾਂਦਾ ਪੀਂਦਾ ਸੀ ਉਹ ਨਾਲੋਂ ਨਾਲ ਹੈਰਾਨ ਹੋ ਗਿਆ ਵੀ ਪਹਿਲਾਂ ਖਵਾਇਆ ਪਿਆ ਆ, ਹੁਣ ਫਾਹ ਦੇਣਾ ਹੈ। ਰਿਸ਼ੀ ਵੀ ਹੈਰਾਨ, ਬਈ ਖਵਾਇਆ ਪਿਆ ਕਿਉਂ ਹੈ ਜੇ ਇਹਨੂੰ ਫਾਹ ਦੇਣਾ ਹੈ? ਕਹਿੰਦੇ ਅੱਜ ਨਹੀਂ ਦੇਣਾ, ਦੇਣਾ ਤੇ 2 ਦਿਨਾਂ ਬਾਅਦ ਹੈ। ਉਹਨੂੰ ਕਹੋ ਹਜੇ ਤੇ ਖਾਏ ਪੀਏ। ਨਾ ਹੁਣ ਨਹੀਂ ਖਾਧਾ ਜਾਂਦਾ, ਹੁਣ ਮੌਤ ਸਾਹਮਣੇ ਆ ਗਈ, ਹੁਣ ਕਿਵੇਂ ਖਾਵਾਂ? ਨਹੀਂ ਹਜੇ 2 ਦਿਨ ਤੇ ਖਾ, ਫਾਹ 2 ਦਿਨਾਂ ਬਾਅਦ ਦੇਣਾ ਹੈ। ਉਹਨੂੰ ਫਿਰ ਜਾ ਕੇ ਰਿਸ਼ੀ ਨੇ ਵੀ ਸਮਝਾਇਆ ਵੀ ਹਜੇ ਨਹੀਂ ਮੌਤ ਹੈ, 2 ਦਿਨਾਂ ਬਾਅਦ ਮੌਤ ਹੈ। ਉਹ ਕਹਿੰਦਾ ਨਹੀਂ, ਸੁੱਕ ਗਿਆ 1 ਦਿਨ 'ਚ ਹੀ, ਖਾਣਾ ਪੀਣਾ ਬੰਦ ਹੋ ਗਿਆ ਕਿ ਸਾਹਮਣੇ ਆ ਗਈ ਮੌਤ। ਹੁਣ ਰਾਜਾ ਜਨਕ ਕਹਿੰਦਾ ਰਿਸ਼ੀ ਨੂੰ ਐਵੇਂ ਮੇਰਾ ਯਾਦ ਹੈ, ਗੁਰਮੁਖ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮੈਨੂੰ ਇਹ ਯਾਦ ਹੈ ਪਤਾ ਨਹੀਂ ਕਦੋਂ ਇੱਥੋਂ ਦੁਨੀਆ ਤੋਂ ਚੱਲ ਪੈਣਾ, ਤਾਂ ਖਾਣਾ ਤੇ ਮੈਂ ਜ਼ਰੂਰ ਹਾਂ ਪਰ ਇਹਦੇ ਵਿੱਚ ਮੇਰਾ ਮੋਹ ਨਹੀਂ ਹੈ। ਰਹਿਣਾ ਤੇ ਮੈਂ ਪਰਿਵਾਰ ਵਿੱਚ ਜ਼ਰੂਰ ਹਾਂ ਪਰ ਇਹਦੇ ਵਿੱਚ ਮੋਹ ਨਹੀਂ ਹੈ।
ਪਰਿਵਾਰ ਦੀ ਪਾਲਣਾ ਵੀ ਕਰ ਰਹੇ ਹਾਂ, ਸਭ ਕੁਝ ਹੈ। ਸਾਧ ਸੰਗਤ, ਅਗਰ ਜਿਵੇਂ ਅਸੀਂ ਵੇਖਦੇ ਹਾਂ ਜ਼ਿੰਦਗੀ ਦੇ ਵਿੱਚ, ਅਸੀਂ ਗਰਮੀ ਤੋਂ ਬਚਣ ਦੇ ਬੜੇ ਉਪਰਾਲੇ, ਕਈ ਵਾਰ ਅਸੀਂ ਕਹਿੰਦੇ ਹਾਂ ਵੀ ਕ੍ਰੋਧ ਆ ਜਾਏ ਪਰਿਵਾਰ 'ਚ ਤੇ ਕੀ ਕਰੇ ਮਨੁੱਖ। ਦੇਖੋ ਗਰਮੀ ਤੋਂ ਸਰੀਰ ਨੂੰ ਗਰਮੀ ਲੱਗਦੀ ਹੋਏ ਨਾ, ਅਸੀਂ ਇਹਦਾ ਉਪਰਾਲਾ ਕੱਢ ਲਿਆ, ਪੱਖਾ ਕੱਢ ਲਿਆ, ਏਸੀ ਕੱਢ ਲਿਆ, ਹੁਣ ਠੰਡ ਲੱਗ ਜਾਂਦੀ ਹੈ, ਨਾਲ ਗਰਮੀ ਲੱਗੇ ਨਾਲ ਹੀ ਠੰਡ। ਜੇ ਕਿਤੇ ਠੰਡ ਹੋਏ ਇਹਦਾ ਉਪਰਾਲਾ ਕੱਢ ਲਿਆ, ਨਾਲ ਹੀਟਰ ਨੇ, ਗਰਮ ਵਸਤਰ ਨੇ। ਇਵੇਂ ਆਪਾਂ ਜੇ ਦੁਨੀਆ ਵਿੱਚ ਵੇਖੀਏ, ਮਨ ਕ੍ਰੋਧ ਵਿੱਚ ਆਉਂਦਾ, ਇਹਦਾ ਉਪਰਾਲਾ ਕੀ ਹੈ? ਠੰਡ। ਇਹਦਾ ਉਪਰਾਲਾ ਮਨੁੱਖ ਨਹੀਂ ਕੱਢਦਾ। ਸਰੀਰ ਦੇ ਸਾਰੇ ਉਪਰਾਲੇ ਕੱਢ ਲਏ ਨੇ, ਮਨ ਦੇ ਵਿੱਚ ਜਿਹੜੀਆਂ ਕੋਈ ਕ੍ਰੋਧ ਵਿੱਚ ਆ ਜਾਏ ਉਹਦਾ ਉਪਰਾਲਾ ਅੱਜ ਤੇ ਨਹੀਂ ਸੋਚਿਆ। ਸਰੀਰ ਦੇ ਉਪਰਾਲੇ ਕੱਢ ਲਏ ਨੇ, ਮਨ ਦਾ ਵੀ ਇਹੀ ਉਪਰਾਲਾ ਹੈ, ਠੰਡ। ਜਦੋਂ ਗਰਮੀ, ਕ੍ਰੋਧ ਗਰਮੀ ਹੈ, ਇਹਦਾ ਇੱਕ ਹੀ ਉਪਰਾਲਾ ਹੈ, ਠੰਡ। ਜਿਵੇਂ ਹੀ ਏਸੀ ਚੱਲਦਾ ਨਾਲੋਂ ਨਾਲ ਗਰਮੀ ਉਤਰ ਜਾਂਦੀ ਹੈ, ਠੰਡ। ਬਸ ਸ਼ਾਂਤੀ। ਕ੍ਰੋਧ ਦੀ ਅੱਗੇ ਮਾਰ ਇੱਕ ਹੀ ਹੈ, ਸ਼ਾਂਤੀ। ਜੇ ਕ੍ਰੋਧ ਦੇ ਅੱਗੇ ਕ੍ਰੋਧ ਆ ਜਾਏ ਫਿਰ ਉੱਥੇ ਅੱਗ ਭੜਕਦੀ ਹੈ। ਇਸ ਕਰਕੇ ਮਹਾਰਾਜ ਜੀ ਦੇ ਨਾਲ ਇਹ ਮਤਸਰ ਕਰ ਰਹੇ ਨੇ ਉੱਥੋਂ ਦੇ ਪੰਡਤ ਮੁਲਾਣੇ, ਇਕੱਠੇ ਹੋ ਕੇ ਗਏ। ਕਹਿੰਦੇ ਇਹਨਾਂ ਨੇ ਸਾਰੇ ਧਰਮ ਦੀ ਰੀਤਾਂ ਤੋੜ ਦਿੱਤੀਆਂ ਹਨ। ਕੇਤਕ ਦਿਨ ਮੈਂ ਅਕਬਰ ਸਾਹੂ, ਲਿਖ ਪਰਵਾਨਾ ਭੇਜਿਓ ਪਾਹੂ। ਅਕਬਰ ਬਾਦਸ਼ਾਹ ਨੇ ਇੱਕ ਪਰਵਾਨਾ ਲਿਖਿਆ, ਇੱਕ ਚਿੱਠੀ ਲਿਖੀ। ਉਹ ਚਿੱਠੀ ਗੁਰੂ ਅਮਰਦਾਸ ਜੀ ਦੇ ਕੋਲ ਭੇਜ ਦਿੱਤੀ ਹੈ। ਤੁਮ ਪਰ ਭਏ ਫਿਰਾਤੀ ਆਏ, ਬਹੁਪੁਰ ਕੇ ਨਰ ਹੋਵੈ ਸਮੁਦਾਇ। ਚਿੱਠੀ 'ਚ ਲਿਖਿਆ ਤੁਹਾਡੇ ਤੇ ਬੜੇ ਨਗਰਾਂ ਦੇ ਲੋਕ ਇਕੱਠੇ ਹੋ ਕੇ ਸ਼ਿਕਾਇਤ ਲੈ ਕੇ ਆਏ ਨੇ, ਹੁਣ ਤੁਸੀਂ ਇੱਥੇ ਆਓ, ਇਹ ਸ਼ਿਕਾਇਤ ਦਾ ਨਿਵਾਰਨ ਕਰੋ। ਕਰੋ ਜਵਾਬ ਦੇਹੀ ਇਨ ਸੰਗ, ਨਾਤੁਰ ਇਨ ਕੇ ਚਾਲੋ ਢੰਗ। ਕਹਿੰਦੇ ਜਾਂ ਤੇ ਅਕਬਰ ਨੇ ਲਿਖਿਆ ਚਿੱਠੀ 'ਚ, ਜਾਂ ਤੇ ਆ ਕੇ ਇਹਨਾਂ ਦਾ ਜਵਾਬ ਦੇ ਦਿਓ, ਜਾਂ ਤੇ ਆ ਕੇ ਦੱਸ ਦਿਓ ਵੀ ਕੀ ਗਲਤ ਹੈ ਤੇ ਕੀ ਸਹੀ ਹੈ। ਨਹੀਂ ਫਿਰ ਜਿਵੇਂ ਇਹ ਕਹਿ ਰਹੇ ਨੇ ਉਵੇਂ ਇਹਨਾਂ ਦੇ ਰਾਸਤੇ ਤੇ ਚੱਲ ਪਾਓ। ਪਰਵਾਨਾ ਸਤਿਗੁਰ ਪਹਿ ਆਇਓ, ਸੁਣਿਓ ਸਰਵਣ ਹਮ ਸਾਹੋ ਬੁਲਾਇਓ। ਪਰਵਾਨਾ ਸਤਿਗੁਰੂ ਦੇ ਪਾਸ ਪਹੁੰਚ ਗਿਆ ਤੇ ਕੰਨਾਂ ਨਾਲ ਸੁਣਿਆ ਮਹਾਰਾਜ ਜੀ ਨੇ ਵੀ ਸ਼ਾਹ ਨੇ ਕਿਹਾ ਹੈ, ਬਾਦਸ਼ਾਹ ਨੇ ਕਿਹਾ ਤੁਸੀਂ ਸਾਡੇ ਕੋਲ ਪਹੁੰਚ ਜਾਵੋ। ਸੁਣ ਪਰਵਾਨਾ ਸਾਹੋ ਕਾ, ਸਤਿਗੁਰ ਕਰਿਓ ਵਿਚਾਰ। ਬਾਦਸ਼ਾਹ ਦਾ ਪਰਵਾਨਾ ਸੁਣ ਕੇ ਗੁਰੂ ਸਾਹਿਬ ਜੀ ਨੇ ਵਿਚਾਰ ਕੀਤਾ ਹੈ। ਕੋ ਲਾਇਕ ਤਹਿ ਭੇਜੇ ਬੇ, ਬੋਲੇ ਸਭ ਮਝਾਰ। ਮਹਾਰਾਜ ਕਹਿੰਦੇ ਐਸਾ ਕੌਣ ਲਾਇਕ ਅਸੀਂ ਤੇ ਉੱਥੇ ਨਹੀਂ ਜਾਣਾ। ਐਸਾ ਕੌਣ ਸਿੱਖ ਹੈ ਜਿਹੜਾ ਰਾਜੇ ਦੇ ਦਰਬਾਰ ਵਿੱਚ ਜਾਏ ਤੇ ਉੱਥੇ ਜਾ ਕੇ ਸਾਰੇ ਧਰਮ ਦੀ ਗੱਲ ਦੱਸੀ ਜਾਏ। ਅਜਰ ਜਰਨ ਅਰ ਚਤੁਰ ਮਹਾਨਾ, ਕਹਿਣ ਸੁਨਨ ਗਤ ਜਾਣਹਿ ਨਾਨਾ। ਕਹਿੰਦੇ ਉੱਥੇ ਦੇ ਉਹ ਮਨੁੱਖ ਨੂੰ ਭੇਜਣਾ ਚਾਹੀਦਾ ਜਿਹਨੂੰ ਜਰਨ ਦੀ ਸ਼ਕਤੀ ਹੈ, ਔਰ ਜਿਹਨੂੰ ਬੋਲਣ ਦਾ ਵੀ ਢੰਗ ਹੋਏ, ਪਤਾ ਵੀ ਹੋਏ ਕਿਵੇਂ ਬੋਲਣਾ ਹੈ, ਤੇ ਚਤੁਰ ਵੀ ਬੜਾ ਹੋਏ। ਵੇਖੋ ਹੁਣ ਗੁਰੂ ਰਾਮਦਾਸ ਜੀ ਦਾ ਨਾਮ ਹੋਣਾ ਇਸ ਤੋਂ ਬਾਅਦ। ਸੇਵਾ ਦੇ ਨਾਲ ਗੁਰੂ ਰਾਮਦਾਸ ਕਿਤੇ ਪੜ੍ਹੇ ਨਹੀਂ ਹੈ, ਪਰ ਇੱਥੇ ਹੁਣ ਕਹਿ ਰਹੇ ਨੇ ਵੀ ਉਹ ਕੌਣ ਹੈ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਨੂੰ ਰਾਜੇ ਦੇ ਦਰਬਾਰ ਵਿੱਚ ਭੇਜਿਆ ਜਾਏ। ਜਥਾ ਜੋਗ ਪ੍ਰਸ਼ਨੋਤਰ ਕਰੈ, ਪੂਰੇ ਬਨੈ ਪੁਕਾਰ ਜੇ ਧਰੈ। ਚੰਗੇ ਢੰਗ ਦੇ ਨਾਲ ਜਵਾਬ ਦੇਣ ਤੇ ਉੱਥੇ ਜਿਹੜੇ ਦੂਜੇ ਲੋਕ ਨੇ ਉਹ ਝੂਠੇ ਪੈ ਜਾਣ। ਸਭ ਬਿਦ ਕੋ ਲਾਇਕ ਮਨ ਜਾਨਾ, ਰਾਮਦਾਸ ਗੁਣ ਮਨੋ ਖਜ਼ਾਨਾ। ਸਾਰਾ ਕੁਝ ਵਿਚਾਰ ਕੇ ਮਹਾਰਾਜ ਕਹਿੰਦੇ ਰਾਮਦਾਸ ਜੀ ਇਹ ਸਾਰੇ ਖਜ਼ਾਨੇ ਨੇ, ਇਹ ਸਾਰਾ ਕੁਝ ਉਹਨਾਂ ਕੋਲ ਹੈ। ਹੁਣ ਵੇਖੋ ਰਾਜੇ ਦਾ ਦਰਬਾਰ ਹੈ, ਐਵੇਂ ਸਮਝ ਲਓ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਹੈ, ਉਹਦੇ ਨਾਲ ਉੱਥੇ ਡਾਇਲੋਗਸ ਹੋਣਗੇ ਦੂਜਿਆਂ ਨਾਲ, ਜਿੰਨੇ ਦੂਜੇ ਲੋਕ ਬੈਠੇ ਨੇ, ਸੰਵਾਦ ਹੋਣਾ। ਉਹ ਪੜ੍ਹੇ ਲਿਖੇ ਨੇ ਸਾਰੇ, ਚਾਰ ਵੇਦਾਂ ਦੇ ਗਿਆਨੀ ਨੇ ਸਾਰੇ, ਪਰ ਇੱਥੇ ਸਿਰਫ ਸੇਵਾ ਕੀਤੀ ਇਹਨਾਂ ਨੇ। ਸਾਰੀ ਉਮਰ ਟੋਕਰੀ ਢੋਈ ਹੈ, ਸਾਰੀ ਉਮਰ। ਪਰ ਕਿੰਨਾ ਗਿਆਨ ਇੱਥੋਂ ਸਾਨੂੰ ਪਤਾ ਲੱਗਦਾ ਹੈ। ਸਵੇਰ ਦੀ ਕਥਾ ਵਿੱਚ ਇਹ ਸ਼ਬਦ ਵੀ ਸੀ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਨਾਮ ਦੇ ਵਿੱਚ ਕਿੰਨੀ ਸ਼ਕਤੀ ਹੈ। ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਤੇ ਨਾਮ ਜਪਿਆ, ਚਤੁਰ ਵੀ ਬਣ ਗਏ, ਅਜਰ ਜਰਨ ਵਾਲੀ ਸ਼ਕਤੀ ਵੀ ਆ ਗਈ, ਮਤ ਬੁੱਧੀ ਵੀ ਸ੍ਰੇਸ਼ਟ ਹੋ ਗਈ।
ਤਾਂ ਕਰਕੇ ਕਿਹਾ ਜਾਂਦਾ ਹੈ ਨਾਮ ਵਿੱਚ ਇੰਨੀ ਪਾਵਰ ਹੈ ਜੇ